आओ गुरु साहब दी बख्शी हुई फतेह दी सांझ पाइए पहला जी। वाहिगुरु जी का खालसा वाहिगुरु जी की फतेह। साडियां मावां बैठियां भैणां बैठियां इहदे नाल बड़ा साडे दिल नूं तसल्ली भी हुंदी है, हौसला अफजाई भी हुंदी है। जदों ਹੁਣ ਆਪੇ ਹੀ ਚੱਲਣਗੇ, ਜਦੋਂ ਕਲਾ ਵਰਤਦੀ ਆ ਫਿਰ ਐਂ ਵਰਤਦੀ ਆ। ਜਦੋਂ ਸਾਡੀਆਂ ਮਾਵਾਂ ਦਾ ਆਸ਼ੀਰਵਾਦ ਮਿਲਣ ਲੱਗ ਜੇ, ਜਦੋਂ ਉਹ ਥਾਪੜਾ ਦੇ ਕੇ ਘਰੋਂ ਘੱਲਣ ਵੀ ਹੁਣ ਜਿਵੇਂ ਕਿਸਾਨੀ ਸੰਘਰਸ਼ ਚ ਘੱਲਦੀਆਂ ਸੀ, ਜਦੋਂ ਨਹੀਂ ਨੇੜੇ ਆ ਸਕਦੀਆਂ। ਸੋ ਆਪਾਂ ਜਿਹੜੀਆਂ ਦੋ ਚਾਰ ਗੱਲਾਂ ਕਰਨੀਆਂ ਉਹ ਬੜੀਆਂ ਜ਼ਰੂਰੀ ਆ ਵੀ ਆਪਾਂ ਉਹਨਾਂ ਨੂੰ ਗੱਲਾਂ ਨੂੰ ਸਮਝੀਏ, ਕੰਸੀਡਰ ਕਰੀਏ ਵੀ ਸਾਰੀ ਇੱਕ ਸਿਚੁਏਸ਼ਨ ਨੂੰ, ਸਥਿਤੀ ਨੂੰ ਪਰਖੀਏ ਹੋ ਕੀ ਰਿਹਾ। ਕਈ ਵਾਰੀ ਸਾਡੇ ਸਵਾਲ ਇਹ ਹੁੰਦੇ ਆ, ਚੋਣਾਂ ਦਾ ਦੌਰ ਆ, ਵਿਧਾਨ ਸਭਾ ਚੋਣਾਂ ਚ ਆਪਾਂ ਮਾਨ ਸਾਹਿਬ ਲਈ ਸਾਰੇ ਨਿਤਰੇ ਆ ਉਤਰੇ ਆ, ਪ੍ਰਚਾਰ ਕਰ ਰਹੇ ਆ। ਕਿਉਂ? ਸਾਡੀ ਜ਼ਮੀਰ ਨੇ ਆਵਾਜ਼ ਦਿੱਤੀ। ਸਾਡਾ ਉਹ ਜਰਨੈਲ ਜਿਹਨੇ 40 ਸਾਲਾਂ ਦਾ ਸੰਘਰਸ਼ ਜਿਹਦੇ ਪਿੱਛੇ ਪਿਆ, 4 ਦਹਾਕਿਆਂ ਦਾ ਸੰਘਰਸ਼। ਪੀੜ੍ਹੀ ਬਦਲ ਜਾਂਦੀ ਹੈ, ਨਵੀਂ ਪੀੜ੍ਹੀ ਆ ਜਾਂਦੀ ਹੈ। ਪੁਰਾਣੇ ਕਿਤੇ ਅਕਾਲ ਚਲਾਣਾ ਵੀ ਕਈ ਕਰ ਜਾਂਦੇ ਆ, ਕਈ ਆਪਦੇ ਕੰਮਾਂ ਕਾਰਾਂ 'ਚ ਕਬੀਲਦਾਰ ਬਣ ਜਾਂਦੇ ਆ, ਇੱਕ ਨਵੀਂ ਪੀੜ੍ਹੀ ਆ ਜਾਂਦੀ ਹੈ। ਪਰ ਤੁਸੀਂ ਵੇਖੋ ਨਵੀਂ ਪੀੜ੍ਹੀ ਵੀ ਇਸ ਜਰਨੈਲ ਨੂੰ ਕਿੰਨਾ ਪਿਆਰ ਤੇ ਇੱਜ਼ਤ ਦਿੰਦੀ ਆ। ਕਿਉਂ? ਪਿੱਛੇ ਇੱਕ ਨੇਕ ਤੇ ਸੱਚੀ ਰੂਹ ਜਿਹੜੀ ਅੰਦਰ ਵਸਦੀ ਆ, ਉਹਨੇ ਪਿਆਰ ਖਿੱਚਣਾ ਹੀ ਖਿੱਚਣਾ। ਇਸ ਤਰ੍ਹਾਂ ਦੀ ਇੱਜ਼ਤ, ਇਸ ਤਰ੍ਹਾਂ ਦੀ ਹੌਸਲਾ ਅਫਜ਼ਾਈ, ਇਹ ਪਿਆਰ ਕਿਸੇ ਹੋਰ ਲੀਡਰ ਨੂੰ ਤੁਸੀਂ ਮਹਿਸੂਸ ਕਰਕੇ ਦੇਖੋ, ਦੇ ਹੀ ਨਹੀਂ ਸਕੋਗੇ। ਸੋ ਸਾਡਾ ਪਹਿਲਾ ਸਵਾਲ ਕੀ ਹੋ ਜਾਂਦਾ ਜਦੋਂ ਪਰਿਵਾਰਾਂ 'ਚ ਵਿਚਰਦੇ ਆ, ਤੇ ਜਿਹੜੇ ਸਾਡੇ ਕਈ ਪਰਿਵਾਰ 'ਚ ਮੋਢੀ ਹੁੰਦੇ ਆ, ਆਪਦੇ ਆਪ ਨੂੰ ਸਿਆਣੇ ਕਹਿੰਦੇ ਆ, ਉਹ ਇਹ ਕਹਿੰਦੇ ਆ ਵੀ ਯਾਰ ਕੱਲਾ ਬੰਦਾ ਵਿਧਾਨ ਸਭਾ 'ਚ ਜਾ ਕੇ ਕੀ ਕਰ ਲੂਗਾ। ਇਹ ਆਮ ਤੌਰ ਤੇ ਸਵਾਲ ਉਠਾ ਦੇਣਗੇ। ਪਰ ਜਦੋਂ ਕੌਮ ਸੰਘਰਸ਼ ਕਰ ਰਹੀ ਹੋਵੇ, ਕੌਮ ਪਛਾਣ ਦੀ ਲੜਾਈ ਲੜ ਰਹੀ ਹੋਵੇ, ਕੌਮ ਆਪਦੀ ਕੌਮੀਅਤ ਨੂੰ ਜਿਉਂਦਾ ਰੱਖਣ ਲਈ ਆਪਦੇ ਜਰਨੈਲ ਨੂੰ ਮੂਰਲੀ ਕਤਾਰ 'ਚ ਦੇਖਣਾ ਚਾਹੁੰਦੀ ਆ, ਉਦੋਂ ਕੱਲਾ ਬੰਦਾ ਅਸੈਂਬਲੀ 'ਚ ਜਾ ਕੇ ਜਦੋਂ ਸ਼ੇਰ ਵਾਂਗੂ ਦਹਾੜਦਾ ਨਾ, ਫਿਰ ਬਾਕੀ ਟਿਕਦੇ ਨਹੀਂ ਉਹਦੇ ਸਾਹਮਣੇ। ਇਹ ਬਹੁਤ ਜ਼ਰੂਰੀ ਹੁੰਦਾ ਵੀ ਇੱਕ ਆਵਾਜ਼ ਤਾਂ ਉੱਠੇ ਉੱਥੇ। ਤੁਸੀਂ ਸੋਚੋ ਜੇ ਸਾਡੀ ਕੌਮ ਦੀ ਇੱਕ ਆਵਾਜ਼ ਵੀ ਨਾ ਉੱਠੀ, ਫਿਰ ਕਿੱਥੇ ਰਹਿ ਜਾਾਂਗੇ ਅਸੀਂ। ਔਰ ਜਿਹੜਾ ਸ਼ੇਰ ਹੁੰਦਾ ਜਦੋਂ ਉਹ ਦਹਾੜਦਾ, ਉਹ ਕੱਲਾ ਹੀ ਹੁੰਦਾ। ਇੱਕ ਸ਼ੇਰ ਤਾਂ ਦਹਾੜੇ ਉੱਥੇ। ਜੇ ਕਿਲਾ ਫਤਿਹ ਕਰਨਾ ਨਾ ਦੁਸ਼ਮਣ ਦੇ ਘਰ ਦਾ, ਤਾਂ ਸਾਡੀ ਆਵਾਜ਼ ਤਾਂ ਪਹਿਲਾਂ ਪਹੁੰਚੇ ਉੱਥੇ ਉਸ ਕਿਲੇ 'ਚ, ਫਿਰ ਕਿਲਾ ਵੀ ਸਰ ਕਰ ਲਾਂਗੇ। ਸੋ ਗੱਲ ਇਹ ਆ ਵੀ ਇਹ ਕੱਲੀ ਇੱਕ ਸੀਟ ਨਹੀਂ ਆ, ਸੀਟਾਂ ਹੋਰ ਵੀ ਜਿੱਤਾਂਗੇ। ਅਕਾਲ ਪੁਰਖ ਵਾਹਿਗੁਰੂ ਮਿਹਰ ਕਰੂਗਾ। ਵਾਹਿਗੁਰੂ ਦੀ ਕਲਾ ਹੀ ਵਰਤਦੀ ਹੈ ਜਦੋਂ ਵਰਤਦੀ ਹੈ। ਸੋ ਉਦੋਂ ਫਿਰ ਜਿਹੜੀਆਂ ਗਿਣਤੀਆਂ ਮਿਹਨਤੀਆਂ, ਸਾਰੇ ਪੈਸੇ, ਸਾਰਾ ਮੀਡੀਆ ਦਾ ਜੋ ਇਹਨਾਂ ਨੇ ਜੋ ਐਡਾ ਵੱਡਾ ਗਲਬਾ ਪਾਇਆ ਹੋਇਆ, ਉਹ ਸਭ ਪਿੱਛੇ ਰਹਿ ਜਾਂਦਾ। ਆਪਾਂ ਦੇਖ ਹੀ ਲਿਆ ਕਿਸਾਨੀ ਸੰਘਰਸ਼ 'ਚ ਕੀ ਕੁਛ ਹੋਇਆ। ਐਨ ਜਮਾਂ ਨਤਾਰੇ ਕਰਤੇ, ਕੌਣ ਸੀਗਾ ਗੱਦਾਰ, ਕੌਣ ਸੀਗਾ ਸਰਦਾਰ, ਉਹ ਨਤਾਰੇ ਹੋ ਗਏ। ਜਿਹੜੇ ਕਹਿੰਦੇ ਕਹਾਉਂਦੇ ਤੇ ਸਟੇਜਾਂ ਤੋਂ ਖੜ ਕੇ ਬੀਜੇਪੀ RSS ਨੂੰ ਗਾਲਾਂ ਕੱਢਦੇ, ਉਹ ਅੱਜ ਉਹਨਾਂ ਦੇ ਨਾਲ ਬੈਠੇ ਆ। ਸੋ ਇੱਕ ਆਵਾਜ਼ ਤਾਂ ਗੂੰਜੇ। ਇੱਥੋਂ ਦਾ ਆਪਾਂ ਇਹ ਪ੍ਰਣ ਲੈ ਕੇ ਜਾਈਏ ਵੀ ਮਾਨ ਸਾਹਿਬ ਨੂੰ ਨਹੀਂ ਹਾਰਨ ਦੇਣਾ, ਇਹਨਾਂ ਨੂੰ ਵੋਟ ਵੀ ਨਹੀਂ ਮੰਗਣ ਦੇਣੀ। ਇਹਨਾਂ ਨੂੰ ਸਿਰਫ ਇਹ ਗੱਲ ਕਹਿਣੀ ਆ, ਮਾਨ ਸਾਹਿਬ ਸਾਡੀ ਜ਼ਮੀਰ ਜਿਉਂਦੀ ਆ, ਤੁਸੀਂ ਸਾਡੇ ਤੋਂ ਵੋਟ ਨਾ ਮੰਗੋ, ਤੁਸੀਂ ਵੇਖਿਓ ਸਹੀ ਹੁੰਦਾ ਕੀ ਆ। ਜੇ ਬਾਈ ਜੀ ਜਿੱਦਾਂ ਹੀ ਜ਼ਮੀਰਾਂ ਮਰ ਜਾਣਗੀਆਂ, ਜ਼ਮੀਨਾਂ ਵੀ ਨਹੀਂ ਬਚਣੀਆਂ। ਜਦੋਂ ਜ਼ਮੀਰ ਮਰ ਜੂ, ਨਾ ਫਸਲਾਂ ਬਚਣੀਆਂ, ਨਾ ਨਸਲਾਂ ਬਚਣੀਆਂ। ਇਹ ਨਾ ਭੁੱਲੋ। ਇਤਿਹਾਸ ਹਰ ਚੀਜ਼ ਨੂੰ ਹਿਸਟੋਰਿਸਾਈਜ਼ ਕਰਕੇ ਦੇਖੋ।
इतिहास दे एक पन्ने च ਉਹਨੂੰ जोड़ के वेखो हर चीज ਨੂੰ। ਜਦੋਂ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਉਦੋਂ ਕਿਸੇ ਬਾਦਸ਼ਾਹਤ ਨੇ ਤਾਂ ਨਹੀਂ ਸਾਨੂੰ ਬਣਾਇਆ, ਕਿਸੇ ਲੀਡਰ ਨੇ ਤਾਂ ਨਹੀਂ ਸਾਨੂੰ ਮਾਲਕ ਬਣਾਇਆ। ਜਦੋਂ ਅਸੀਂ ਜ਼ਮੀਨਾਂ ਦੇ ਮਾਲਕ ਬਣੇ ਆ, ਜਦੋਂ ਸਾਡੇ ਕੋਲੇ ਖੁਦਮੁਖਤਿਆਰੀ ਆਈ ਆ, ਸਾਡੇ ਕੋਲੇ ਆਪਦਾ ਰਾਜ ਆਇਆ, ਤਾਂ ਪੰਥ ਨੇ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ, ਪੰਥ ਨੇ ਖੁਦਮੁਖਤਿਆਰੀ ਦਿੱਤੀ ਹੈ ਸਾਨੂੰ। ਗੁਰੂ ਸਾਹਿਬ ਨੇ ਸਾਨੂੰ ਸਾਡੀ ਪਛਾਣ ਦਿੱਤੀ, ਸਾਨੂੰ ਸ਼੍ਰੀ ਸਾਹਿਬ ਦਿੱਤੀ। ਸ਼੍ਰੀ ਸਾਹਿਬ ਦਾ ਮਤਲਬ ਇਹ ਥੋੜੀ ਆ ਵੀ ਤੁਹਾਡੇ ਹੱਥ 'ਚ ਇੱਕ ਸ਼੍ਰੀ ਸਾਹਿਬ ਆ, ਉਹ ਤੁਹਾਡੀ ਖੁਦਮੁਖਤਿਆਰੀ ਆ। ਤੁਹਾਨੂੰ ਘਰਾਂ ਘਰਾਂ ਤੱਕ ਸੋਵਰੇਨਟੀ ਦਿੱਤੀ ਹੋਈ ਆ ਵੀ ਤੁਹਾਨੂੰ ਨਹੀਂ ਕੋਈ ਹੱਥ ਲਾ ਸਕਦਾ। ਤੁਸੀਂ ਆਪਦੀਆਂ ਧੀਆਂ ਭੈਣਾਂ ਦੀ ਇੱਜ਼ਤ ਕਿਵੇਂ ਬਚਾਉਣੀ ਆ ਪਈ ਆ। ਉਹ ਕਿਰਪਾਨ ਦਾ ਮਤਲਬ ਤਾਂ ਸਮਝੋ ਤੁਸੀਂ। ਉਹ ਇਹ ਥੋੜੀ ਆ ਵੀ ਕੱਲੀ ਆਪਾਂ ਸ਼੍ਰੀ ਸਾਹਿਬ ਲੈ ਕੇ ਤੁਰੇ ਫਿਰਦੇ ਆ। ਮੈਂ ਤਾਂ ਇੱਕ ਮਨੁੱਖ ਨੂੰ ਪ੍ਰਮਾਤਮਾ ਵਾਂਗੂ ਬਣਾਤਾ ਵੀ ਜਿਵੇਂ ਨਿਆਸ ਥਾਂ ਤੇ ਹੀ ਕਰ ਦਿਓ, ਨਾਲੇ ਕੋਈ ਵਿਤਕਰਾ ਨਹੀਂ, ਕਿਸੇ ਤਰ੍ਹਾਂ ਦਾ ਕੋਈ ਵਿਤਕਰਾ ਨਹੀਂ। ਜਦੋਂ ਗੁਰੂ ਨਾਨਕ ਸਾਹਿਬ ਦਾ ਆਗਮਨ ਹੋਇਆ ਉਸ ਵੇਲੇ ਸਮਾਜ 'ਚ ਜਿਹੜਾ ਇੱਕ ਦਰਜਾ ਬਦਰਜੀ ਸੀ, ਭੇਦਭਾਵ ਸੀ, ਬਹੁਤ ਜ਼ਿਆਦਾ ਗਹਿਰੇ ਸੀ, ਬਹੁਤ ਡੂੰਘੀਆਂ ਜੜਾਂ ਸੀ ਇਹਦੀਆਂ। ਤੁਸੀਂ ਸੋਚ ਕੇ ਵੇਖੋ 550 ਸਾਲ ਪਹਿਲਾਂ ਜਦੋਂ ਲੰਗਰ ਤੇ ਪੰਗਤ ਦੀ ਰੀਤ ਚਲਾਈ ਹੋਊਗੀ, ਇਸ ਕਰਕੇ ਥੋੜੀ ਸੀ ਵੀ ਭੁੱਖਿਆਂ ਨੂੰ ਲੰਗਰ ਛਕਾਉਣਾ। ਇਹ ਹੁੰਦਾ ਇਨਕਲਾਬ। ਇਹ ਹੁੰਦੀਆਂ ਜਿਹੜੀਆਂ ਕੋਈ ਅਕਾਲ ਪੁਰਖ ਵਾਹਿਗੁਰੂ ਆਪ ਰੂਹਾਂ ਇੱਥੇ ਸਾਡੇ ਵਿੱਚ ਮਨੁੱਖੀ ਜਾਮੇ 'ਚ ਭੇਜਦਾ। ਜਦੋਂ ਇੱਕ ਗਰੁੱਪ ਨੂੰ, ਇੱਕ ਵਰਗ ਨੂੰ ਮਨੁੱਖਤਾ ਦੇ ਬੰਦੇ ਹੀ ਨਹੀਂ ਸਮਝਿਆ ਜਾਂਦਾ ਸੀ। ਉਹਨਾਂ ਨੂੰ ਇਹ ਸਮਝਿਆ ਜਾਂਦਾ ਸੀ ਜਿਵੇਂ ਇਹ ਤਾਂ ਬੰਦੇ ਹੀ ਨਹੀਂ ਆ, ਇਹ ਸਭ ਹਿਊਮਨਸ ਆ, ਇਹ ਤਾਂ ਦਲਿਤ ਆ। ਤੇ ਜਿਹੜਾ ਕੁਝ ਇੱਕ ਸਮਾਜ 'ਚ ਸਿਰਜ ਰੱਖਿਆ ਸੀ, ਬ੍ਰਾਹਮਣ, ਦਲਿਤ, ਸ਼ੂਦਰ, ਕਸ਼ਤਰੀਆ, ਉਹਨਾਂ ਨੇ ਆਪਦੀਆਂ ਇੱਕ ਜਿਹੜੀਆਂ ਵੰਡਾਂ ਬਣਾ ਰੱਖੀਆਂ ਸੀ। ਗੁਰੂ ਨਾਨਕ ਸਾਹਿਬ ਨੇ ਕਿਹਾ ਯਾਰ ਜੇ ਅਕਾਲ ਪੁਰਖ ਵਾਹਿਗੁਰੂ ਨੇ ਇਸ ਤਰ੍ਹਾਂ ਮਨੁੱਖ ਸਾਜਿਆ, ਫੇਰ ਤਾਂ ਅਕਾਲ ਪੁਰਖ ਵਾਹਿਗੁਰੂ ਆਪ ਹੀ ਵਿਤਕਰੇਬਾਜ਼ ਹੋ ਗਿਆ। ਇਹ ਕਿਵੇਂ ਹੋ ਸਕਦਾ ਵੀ ਮਨੁੱਖ ਨੂੰ ਤੁਸੀਂ ਵੰਡ ਦਿਓ ਤੇ ਉਹ ਕਿਸੇ ਦਾ ਤਾਂ ਰੱਬ ਹੈਗਾ ਤੇ ਕਿਸੇ ਦਾ ਤਾਂ ਕੁਝ ਵੀ ਨਹੀਂ, ਉਹਦਾ ਬੰਦਾ ਹੀ ਵੀ ਨਹੀਂ। ਸੋ ਜਦੋਂ ਇਹ ਸਾਰਾ ਸਿਲਸਿਲਾ, ਮੇਰਾ ਥੋੜਾ ਜਿਹਾ ਗਲਾ ਖਰਾਬ ਆ, ਸਾਰਾ ਸਿਲਸਿਲਾ ਇਹ ਜਦੋਂ 10 ਜਾਮਿਆਂ ਤੱਕ ਚੱਲਿਆ, ਇੱਕ ਗੁਰੂ ਨਾਨਕ ਸਾਹਿਬ ਤੋਂ ਗੱਲ ਇਹ ਚੱਲਦੀ ਆ ਵੀ ਅਕਾਲ ਪੁਰਖ ਵਾਹਿਗੁਰੂ ਵਿਤਕਰੇਬਾਜ਼ ਨਹੀਂ ਆ, ਉਹਨੇ ਸਾਰੀ ਮਨੁੱਖਤਾ ਮਾਨਸ ਕੀ ਜਾਤ ਸਭ ਏਕੋ ਪਹਿਚਾਨ ਬੋ। ਉਹਨੇ ਇੱਕ ਸਾਰਤਾ 'ਚ ਸਾਜੀ ਆ, ਇਹਨਾਂ 'ਚ ਕੋਈ ਵਿਤਕਰਾ ਨਹੀਂ ਆ। ਤੇ ਗੁਰੂ ਨਾਨਕ ਸਾਹਿਬ ਨੇ ਤੁਹਾਡੇ ਊਚ ਨੀਚ ਦਰਜਾ ਬਦਰਜੀ ਤੋਂ ਗੱਲ ਸ਼ੁਰੂ ਕੀਤੀ ਤੇ ਟਿਕੀ ਕਿੱਥੇ ਆ ਕੇ ਜਦੋਂ ਸਾਡੇ ਹੱਥ 'ਚ ਸ਼ਸਤਰ ਦੇਤਾ। ਸਾਡੇ ਹੱਥ 'ਚ ਸ਼ਸਤਰ ਇਸ ਕਰਕੇ ਦਿੱਤਾ ਗਿਆ ਵੀ ਇਹ ਸਾਡੀ ਖੁਦਮੁਖਤਿਆਰੀ ਆ। ਸਾਡੀ ਖੁਦਮੁਖਤਿਆਰੀ ਝਾੜੂ ਨਾਲ ਨਹੀਂ ਬਣਦੀ, ਸਾਡੀ ਖੁਦਮੁਖਤਿਆਰੀ ਸ਼੍ਰੀ ਸਾਹਿਬ ਨਾਲ ਹੀ ਬਣਦੀ ਹੈ। ਸੋ ਸਾਡੀ ਪਛਾਣ ਹੀ ਇਹ ਹੈ, ਇੱਕ ਮਨੁੱਖ ਦੀ ਸੰਪੂਰਨ ਪਛਾਣ ਆ ਜਿਹੜੀ ਅਸੀਂ ਕਹਿ ਦਈਏ ਵੀ ਹਥਿਆਰ ਤੋਂ ਬਿਨਾਂ ਕੋਈ ਮਨੁੱਖ ਦੀ ਪਛਾਣ ਹੋ ਜੂਗੀ, ਕਿਸੇ ਸਮਾਜ ਦੀ ਪਛਾਣ ਹੋ ਜੂਗੀ, ਕਿਸੇ ਦੇਸ਼ ਦੀ ਪਛਾਣ ਹੋ ਜੂਗੀ, ਇਹ ਹੋ ਹੀ ਨਹੀਂ ਸਕਦਾ। ਆਪਾਂ ਦਲੀਲ ਨਾਲ ਗੱਲ ਕਰਦੇ ਹਾਂ, ਗੱਲਾਂ ਨੂੰ ਸਮਝਦੇ ਹਾਂ। ਜਦੋਂ ਕੱਲ ਵੀ ਅਸੀਂ ਕਿਤੇ ਇਹ ਗੱਲ ਕੀਤੀ ਸੀ, ਅੱਜ ਉਹ ਪੂਰੀ ਗੱਲ ਕਰਦਾ ਮੈਂ। ਜਦੋਂ ਹਿੰਦੁਸਤਾਨ ਡਿਫੈਂਸ ਬਜਟ ਐਡਾ ਵੱਡਾ ਰੱਖਦਾ ਵੀ ਇਹ ਹਥਿਆਰ ਵੀ ਬਾਹਰੋਂ ਮੰਗਵਾਉਂਦੇ ਆ, ਲੜਾਕੂ ਹਵਾਈ ਜਹਾਜ਼ ਵੀ ਬਾਹਰੋਂ ਮੰਗਵਾਉਂਦੇ ਆ, ਤੇ ਆਪਦੇ ਆਰਮੀ ਨੂੰ, ਆਪਦੀ 에ਅਰ ਫੋਰਸ ਨੂੰ, ਈਵਨ ਜਿਹੜੇ ਜੰਗੀ ਬੇੜੇ, ਜਿਹੜੀਆਂ ਸ਼ਿਪਸ ਆ ਜਿਹੜੀਆਂ, ਉਹ ਵੀ ਮੰਗਾਉਂਦੇ ਆ। ਇਹ ਕਿਉਂ ਲਾਉਂਦੇ ਆ ਪੈਸਾ ਇੰਨਾ? ਕਿਉਂ? ਸਰਹੱਦਾਂ ਤੇ ਸਾਡੇ ਬੰਦੀ ਦਬਦਬੇ ਤੇ ਹਥਿਆਰਾਂ ਤੇ ਹੁੰਦੀ ਆ, ਜਿਹਦੇ ਕੋਲੇ ਜਿੰਨਾ ਵੱਡਾ ਦਬਦਬਾ ਉਨੀ ਉਹਦੀ ਨੀਂਹ ਕਮਜ਼ੋਰ ਮਜ਼ਬੂਤ ਹੁੰਦੀ ਆ। ਜਿਹਦਾ ਦਬਦਬਾ ਹੈ ਨਹੀਂ ਉਹਨੂੰ ਜਿਹੜਾ ਮਰਜ਼ੀ ਘੇਰੀ ਫਿਰੇ। ਸੋ ਇਸ ਕਰਕੇ ਜੇ ਮੁਲਕ ਦੀ ਨੀਂਹ ਇਸ ਗੱਲ ਤੇ ਜਿੰਨੇ ਤੁਸੀਂ ਜੰਗ ਦੇ ਮੈਦਾਨ 'ਚ ਤਕੜੇ ਹੋ ਨਾ, ਅਸੀਂ ਤਿਆਰ ਆ। 2 ਕਾਨੂੰਨ ਰੱਦ ਕਰ ਦਿਓ, 1 ਨੂੰ ਸਸਪੈਂਡ ਕਰ ਦਿੰਨੇ ਆ, ਜਾਂ ਤੁਸੀਂ 3 ਸਸਪੈਂਡ ਕਰ ਲਓ 2.5 ਸਾਲਾਂ ਲਈ। ਉਸ ਗੱਲ ਤੇ ਫੈਸਲਾ ਨਹੀਂ ਹੋਇਆ। 26 ਜਨਵਰੀ ਆ ਗਈ, 26 ਜਨਵਰੀ ਨੂੰ ਜਾ ਕੇ ਖਾਲਸਾਈ ਨਿਸ਼ਾਨ ਸਾਹਿਬ ਤੇ ਕਿਸਾਨੀ ਝੰਡਾ ਲਾਲ ਕਿਲੇ ਤੇ ਝੂਲਿਆ। ਕਿੰਨੇ ਰੋਏ, ਕਿੰਨੇ ਪਿੱਟੇ ਇਸ ਗੱਲ ਤੇ, ਔਰ ਕਿਸੇ ਨੇ ਤਿਰੰਗੇ ਨੂੰ ਨਹੀਂ
ਹੱਥ ਲਾਇਆ, ਕਿਉਂਕਿ ਅਸੀਂ ਕਿਸੇ ਦਾ ਨਰਾਦਰ ਕਰ ਹੀ ਨਹੀਂ ਸਕਦੇ। ਤੁਮਕੋ ਤੁਮਾਰਾ ਖੂਬ, ਹਮਕੋ ਹਮਾਰਾ ਖੂਬ। 550 ਵਰਿਆਂ ਤੋਂ ਨਿਸ਼ਾਨ ਸਾਹਿਬ ਥੱਲੇ ਮਨੁੱਖਾਂ ਨੂੰ ਉਹਨਾਂ ਦੇ ਹੱਕ ਮਿਲੇ ਆ, ਇੱਜ਼ਤ ਧੀਆਂ ਭੈਣਾਂ ਦੀ ਤੇ ਉਹਨਾਂ ਦੀ ਰਾਖੀ ਕੀਤੀ ਗਈ ਆ, ਬੇਪੱਤੀ ਕਰਨ ਵਾਲਿਆਂ ਦਾ ਸੌਦਾ ਲਾਇਆ ਗਿਆ। ਅਸੀਂ ਉਹਨਾਂ ਨਿਸ਼ਾਨਾਂ ਤੋਂ ਜਿਹੜੇ ਸਾਡੇ ਰਹਿਬਰ ਸਾਡੇ ਗੁਰੂ ਸਾਨੂੰ ਦੇ ਕੇ ਕਿਵੇਂ ਮੁਨਕਰ ਹੋ ਜਾਾਂਗੇ? ਝੂਲ ਦੇ ਨਿਸ਼ਾਨ ਰੇ ਪੰਥ ਮਹਾਰਾਜ ਦੇ, ਝੂਲ ਦੇ ਨਿਸ਼ਾਨ ਰੇ ਪੰਥ ਮਹਾਰਾਜ ਦੇ। ਸੋ ਜੇ ਅੱਜ ਇਹ ਅਸੀਂ ਕਹਿ ਲਈਏ ਵੀ ਆਪਦੀ ਪਛਾਣ ਤੋਂ ਮੁਨਕਰ ਹੋ ਜਾਈਏ, ਤੇ ਸਾਡਾ ਜਰਨੈਲ ਜਦੋਂ ਦੇਖੋਗੇ ਅਫਗਾਨਾਂ ਦੇ ਵਿਰੁੱਧ ਜਦੋਂ ਲੜੇ ਸੀ, ਇਹ ਸ਼੍ਰੀ ਸਾਹਿਬ ਪਤਾ ਕਿਹੜੀ ਆ? ਇਹ ਉਹ ਇਤਿਹਾਸਕ ਸ਼੍ਰੀ ਸਾਹਿਬ ਆ ਜਿਹੜੀ ਮਹਾਰਾਜਾ ਰਣਜੀਤ ਸਿੰਘ ਤੋਂ ਚੱਲ ਕੇ ਅੱਜ ਮਾਨ ਸਾਹਿਬ ਦੇ ਹੱਥ ਚ ਆਈ ਹੋਈ ਆ। ਇਹ ਗੱਲਾਂ ਐ ਨਹੀਂ ਆਉਂਦੀਆਂ ਕਿਤੇ, ਇਹ ਆਪਣੇ ਨਾਲ ਹੱਥ ਚ ਆ ਗਈ। ਇਹਦੇ ਪਿੱਛੇ ਕੋਈ ਨਾ ਕੋਈ ਵੱਡੀ ਗੱਲ ਵਾਪਰ ਰਹੀ ਹੁੰਦੀ ਆ। ਸੋ ਜੇ ਅੱਜ ਮਾਨ ਸਾਹਿਬ ਦੇ ਹੱਥ ਚ ਏਡੀ ਇਤਿਹਾਸਕ ਸ਼੍ਰੀ ਸਾਹਿਬ ਆ, ਸਾਡੀ ਪਛਾਣ ਨੂੰ ਲੈ ਕੇ ਨਾਲ ਚੱਲਦੇ ਆ, ਫਿਰ ਅਸੀਂ ਝਾੜੂ ਨਹੀਂ ਚੱਕ ਸਕਦੇ, ਫਿਰ ਅਸੀਂ ਗਲੀਆਂ ਨਾਲੀਆਂ ਨਹੀਂ ਸੁੰਭਰਨੀਆਂ ਬਈ। ਆ ਜਿਹੜੇ ਵੋਟਾਂ ਹੀ ਮੰਗਦੇ ਆ ਨਾ ਝਾੜੂ ਲੈ ਕੇ ਡੰਡੀਆਂ ਹੀ ਵਾਲਾ, ਇਹ ਸੰਭਰ ਕੇ ਵੀ ਹਮ ਆਮ ਆਦਮੀ ਪਾਰਟੀ ਆ। ਤੁਸੀਂ ਆਮ ਨਹੀਂ ਹੋ, ਤੁਸੀਂ ਬਹੁਤ ਖਾਸ ਹੋ। ਤੁਹਾਡੇ ਗੁਰੂ ਨੇ ਤੁਹਾਨੂੰ ਖਾਸ ਬਣਾਇਆ। ਸਤਿ ਸ੍ਰੀ ਅਕਾਲ। ਤੁਹਾਡੇ ਗੁਰੂ ਨੇ ਤੁਹਾਨੂੰ ਖਾਸ ਬਣਾਇਆ। ਜਦੋਂ ਖਾਲਸਾ ਪੰਥ ਦੀ ਸਾਜਨਾ ਹੋ ਰਹੀ ਸੀ, ਉਹ ਕੋਈ ਆਮ ਵਰਤਾਰਾ ਥੋੜੀ ਸੀ। ਜਦੋਂ ਸਾਨੂੰ ਸਾਡੀ ਪਛਾਣ ਦਿੱਤੀ ਗਈ, ਜਿਹਦੇ ਤੋਂ ਮੈਂ ਵੀ ਮੁਨਕਰ ਹੋਇਆ ਫਿਰਦਾ, ਉਹ ਕੋਈ ਆਮ ਵਰਤਾਰਾ ਨਹੀਂ ਚੱਲ ਰਿਹਾ ਸੀ। ਜਿਵੇਂ ਇਹਨਾਂ ਨੇ ਕਿਤਾਬਾਂ 'ਚ ਲਿਖਤਾ ਵੀ ਉੱਥੇ ਤਾਂ ਲੋਕ ਘਬਰਾ ਰਹੇ ਸੀ, ਉਹ ਤਾਂ ਘਬਰਾ ਕੇ ਮਾਤਾ ਗੁਜਰੀ ਕੋਲੇ ਗਏ ਵੀ ਦੇਖੋ ਗੁਰੂ ਸਾਹਿਬ ਲਿਟਰਲੀ ਉਹ ਕਮਲੇ ਹੋ ਗਏ ਆ। ਉਹ ਇਹ ਗੱਲ ਨਹੀਂ ਸੀ। ਇੱਕ ਤਿੰਨਾਂ ਜਹਾਂ ਦਾ ਮਾਲਕ ਐਡੀ ਖੇਡ ਰਿਹਾ ਹੋਵੇ, ਉਹ ਕੌਤਕ ਰਚ ਰਿਹਾ ਹੋਵੇ, 70,000 ਦੀ ਸੰਖਿਆ 'ਚ ਅਨੰਦਪੁਰ ਸਾਹਿਬ 'ਚ ਸੰਗਤ ਪਹੁੰਚੀ ਹੋਵੇ, ਤੇ ਇੱਕ ਉਹ ਪੰਥ ਰਚਿਆ ਜਾ ਰਿਹਾ ਜਿਹਨੂੰ ਕਿਹਾ ਗਿਆ ਅਕਾਲ ਦਾ ਪੰਥ, ਅਕਾਲ ਦੀ ਸਿਆਸਤ ਕਰੂਗਾ। ਤੇ ਇਹ ਕੋਈ ਆਮ ਵਰਤਾਰਾ ਹੋ ਸਕਦਾ? ਇਹ ਆਮ ਵਰਤਾਰਾ ਨਹੀਂ ਸੀ। ਉਹ ਤਾਂ ਉੱਥੇ ਜਿਹੜੇ ਬੈਠੇ ਸੀ, ਉਹਨਾਂ ਨੇ ਜੋ ਦੇਖਿਆ, ਉਹਨਾਂ ਨੇ ਜੋ ਮਹਿਸੂਸ ਕੀਤਾ, ਆਪਾਂ ਤਾਂ ਉੱਥੇ ਹੈ ਨਹੀਂ ਸੀ। ਜਿਹੜੇ ਬੈਠੇ ਹੋਣਗੇ ਸੋਚ ਕੇ ਦੇਖੋ ਉਹ ਕਿਸ ਇਤਿਹਾਸ ਦੀ ਗਵਾਹੀ ਭਰ ਰਹੇ ਸੀ, ਫਿਰ ਕਿੱਡੇ ਮਿੱਥ ਸਿਰਜੇ ਗਏ ਉਸ ਇਤਿਹਾਸ ਤੇ। ਸੋ ਵਰਤਾਰੇ ਆਮ ਨਹੀਂ ਚੱਲ ਰਹੇ ਹੁੰਦੇ, ਵਰਤਾਰੇ ਬੜੇ ਖਾਸ ਚੱਲ ਰਹੇ ਹੁੰਦੇ ਆ। ਸਾਡੀ ਸੂਖਮ ਦ੍ਰਿਸ਼ਟੀ ਨਹੀਂ ਹੁੰਦੀ ਉਹਨਾਂ ਨੂੰ ਦੇਖਣ ਦੀ। ਇੱਥੇ ਮਾਤ ਖਾ ਜਾਂਦੇ ਆ ਅਸੀਂ ਤੁਰੇ ਫਿਰਦੇ ਬਹੁਤ ਦੂਰ ਆ, ਪਰ ਉਹਦੀ ਖੇਡ ਉਵੇਂ ਹੀ, ਉਹਦੇ ਕੌਤਕ ਉਵੇਂ ਹੀ ਚੱਲ ਰਹੇ ਆ। ਕਿਸਾਨੀ ਸੰਘਰਸ਼ 'ਚ ਬਾਰ-ਬਾਰ ਇਹ ਗੱਲ ਕਹਿੰਦੇ ਰਹੇ ਵੀ ਵਾਹਿਗੁਰੂ ਆਪ ਅਗਵਾਈ ਕਰ ਰਿਹਾ, ਬਾਜਾਂ ਵਾਲਾ ਆਪ ਅਗਵਾਈ ਕਰ ਰਿਹਾ। ਸਿੰਘਾਂ ਸ਼ਹੀਦ ਪਹਿਰਾ ਇੱਥੇ ਕਿਸੇ ਨੇ ਨਹੀਂ ਗੱਲ ਮੰਨੀ। ਜਿੱਦਾਂ ਜਿੱਤ ਕੇ ਆਏ ਆ, ਆਪ ਉਹ ਸਟੇਜ ਵਾਲੇ ਕਹਿਣ ਲੱਗ ਗਏ ਵੀ ਇਹ ਤਾਂ ਵਾਹਿਗੁਰੂ ਨੇ ਕੋਈ ਕਲਾ ਹੀ ਵਰਤਾਈ ਆ। ਇਦੋਂ ਪ੍ਰਤੱਖ ਕੀ ਗੱਲਾਂ ਹੋ ਜਾਣ। ਹੁਣ ਜਿਹੜਾ ਜਰਨੈਲ ਸਾਡੀ ਪਛਾਣ ਸਾਂਭੀ ਬੈਠਾ, ਉਹ ਪਛਾਣ ਜਿਹੜੀ ਬਹੁਤ ਖਾਸ ਆ, ਕਿਉਂਕਿ ਅਸੀਂ ਖਾਸ ਆ ਵਾਲਾ ਨਹੀਂ ਹੈ। ਤੇ 10 ਸਿਰ ਕਦੇ RSS ਦੇ ਰੂਪ ਚ ਆ ਜਾਊਗਾ, ਕਦੇ ਭਾਜਪਾ ਦੇ ਰੂਪ ਚ ਆ ਜਾਊਗਾ, ਕਦੇ ਕਾਂਗਰਸ ਦੇ ਰੂਪ ਚ ਆ ਜਾਊਗਾ, ਕਦੇ ਤੱਕੜੀ ਦੇ ਰੂਪ ਚ ਆ ਜਾਊਗਾ। ਇਹਨਾਂ ਨੇ ਕਿਸੇ ਨਾ ਕਿਸੇ, ਕਦੇ ਆਹ ਝਾੜੂ ਦੇ ਰੂਪ ਚ ਆ ਜਾਊਗਾ। ਇਹਦੇ 10 ਸਿਰ ਆ। ਤੁਸੀਂ ਦੁਸ਼ਮਣ ਦੀ ਪਛਾਣ ਕਰੋ, ਤੇ ਤੁਹਾਡਾ ਜਰਨੈਲ ਕੌਣ ਆ ਇਹਦੀ ਪਛਾਣ ਵੀ ਕਰੋ। ਜੇ ਹੁਣ ਖੁੰਝ ਗਏ, ਤੇ ਜੇ ਇੱਕ ਆਵਾਜ਼ ਵੀ ਅਸੈਂਬਲੀ ਚ ਨਾ ਗੂੰਜੀ, ਫਿਰ ਖੜਾਂਗੇ ਕਿੱਥੇ ਜਾ ਕੇ? ਫਿਰ ਗੈਰਤ ਨੂੰ ਕਿੱਥੋਂ ਅਸੀਂ ਆਵਾਜ਼ਾਂ ਮਾਰਾਂਗੇ? ਫਿਰ ਤਾਂ ਆਪਦਿਆਂ ਨੂੰ ਗਦਾਰਾਂ ਹੀ ਦੇ ਸਰਟੀਫਿਕੇਟ ਹੀ ਦੇਣੇ ਆ ਆਪਾਂ, ਕਿਉਂਕਿ ਸਾਡੇ ਕੋਲੇ ਉਸ ਬੌਧਿਕ ਪੱਧਰ ਦਾ ਜਿਹੜਾ ਇੱਕ ਸੋਚ